तेरे कवन कवन गुण कह कह गावां। तू साहिब गुणी निधाना। तुमरी महिमा वर्ण न साकों। तू ठाकुर ऊच भगवाना। सतनाम वाहिगुरु साहिब जी। श्लोक महला चौथा। मल जूई भरिया नीला काला खिदोलड़ा। तिन बेमुख बेमुख न पाया। पास ना दे कोई बहन जगत मैं गुह पड़ सगवी मल लाए सन्मुख आया। पराई जो निंदा चुगली न बेमुख करके भेजिया। उथे भी मूँह काला दोहां बेमुखां दा कराया। तड़ सुनिया सबत जगत बिच भाई। बेमुख सणै नफरै पौली पौंदी। फावा होए कै उठ घर आया। अग्गै संगति कुड़मी बेमुख रलना ना मिलै। तां बहुटी भतीजी फिर घर फिर आन घर पाया। हलत पलत दो बह गए नित भूखा करे तिहाया। धन धन स्वामी करता पुरख है। जिन न्याओ सच भय आप कराया। जो निंदा करे सतगुर पूरे की। सो सच मार पचाया। यह अखर तिन आखिया जिन जगत सब उपाया। महला चौथा। साहिब जिसदा नंगा भुखा होवै। तिसदा नफर किथों रज खाए। जे साहिब कै घर वत होवै सो नफर हथ आवै। अणहोंदी किथों पाए। जिसदी सेवा कीती फिर लेखा मंगिया। सा सेवा औखी होई। नानक सेवा करहो हर गुर सफल दर्शन की। फिर लेखा मंगे ना कोई पौड़ी। नानक विचारै संत जन चार वेद कहंदे। भगत मुखै ते बोलदे से बचन हो बंदे। प्रगट पहारा जापदा सब लोक सुनंदे।
ਸੁਖ ਨ ਪਾਇਨ ਮੁਗਧ ਨਰ। ਸੰਤਾਂ ਨਾਲ ਖਾਂਦੇ ਓਏ ਲੋਚਨ ਉਹਨਾਂ ਗੁਣੈ ਨੋ। ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੈ। ਜਾ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨ ਸੰਦੇ। ਵੈਰ ਕਰੈ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ। ਪੇੜ ਮਢਾਹੋਂ ਕੱਟਿਆ ਤਿਸ ਡਾਲ ਸੁਕੰਦੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਆ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ ਮਹਿਲਾ ਚੌਥਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 306। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਅੰਦਰ ਸਜ ਕੇ ਬੈਠੀ ਹੈ, ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਕਹਿ ਰਹੇ ਨੇ, ਜਦੋਂ ਅਸੀਂ ਪਿੱਛੇ ਇਤਿਹਾਸ ਪੜ੍ਹਿਆ ਸੀ, ਵਿਚਾਰਿਆ ਸੀ, ਗੁਰੂ ਅਮਰਦਾਸ ਮਹਾਰਾਜ ਦੇ ਵਿਰੁੱਧ ਬਹੁਤ ਸ਼ਿਕਾਇਤਾਂ ਕੀਤੀਆਂ ਗਈਆਂ। ਸਿੱਖੀ ਦੇ ਪ੍ਰਚਾਰ ਦੇ ਹਿੱਤ ਜੋ ਕਾਰਜ ਕੀਤੇ ਜਾ ਰਹੇ ਸੀ, ਉਹਨਾਂ ਨੂੰ ਦਬਾਉਣ ਵਾਸਤੇ ਭਾਵੇਂ ਗੋਇੰਦੇ ਖੱਤਰੀ ਦੇ ਮੁੰਡੇ ਦੀ ਗੱਲ ਕਰ ਲਓ, ਭਾਵੇਂ ਹਰੀ ਰਾਮ ਤਪੇ ਦੀ ਗੱਲ ਕਰ ਲਓ, ਜੋ ਆਪਾਂ ਇਤਿਹਾਸ ਪੜ੍ਹਿਆ ਵਿਚਾਰਿਆ ਸੀ। ਇਤਿਹਾਸਕ ਵਿਚਾਰ ਅੰਦਰ ਆਪਾਂ ਸਾਖੀ ਪੜ੍ਹਦੇ ਆ ਰਹੇ ਸੀ, ਅਕਬਰ ਦੇ ਦਰਬਾਰ ਅੰਦਰ ਨਿੱਤ ਸ਼ਿਕਾਇਤਾਂ ਜਾਂਦੀਆਂ ਸੀ। ਕੋਈ ਗਰੀਬੜਾ ਜਿਹਾ ਬਣ ਕੇ, ਨਿਮਾਣਾ ਜਿਹਾ ਬਣ ਕੇ, ਜਾਣ ਕੇ ਵੀ ਮੈਂ ਗਰੀਬੜਾ ਜਿਹਾ ਬਣ ਕੇ ਜਾਵਾਂਗਾ, ਮੇਰੀ ਉੱਥੇ ਅਕਬਰ ਦੇ ਦਰਬਾਰ ਅੰਦਰ ਸੁਣੀ ਜਾਵੇਗੀ। ਗੁਰੂ ਘਰ ਦੇ ਵਿਰੁੱਧ ਬਹੁਤ ਨਫ਼ਰਤ ਘੋਲੀ ਇਹਨਾਂ ਲੋਕਾਂ ਨੇ, ਪਰ ਅਕਬਰ ਨੇ ਨਹੀਂ ਸੁਣੀ। ਉਸ ਦਰਬਾਰ ਦੇ ਅੰਦਰੋਂ ਵੀ ਉਹਨੂੰ ਬੇਇੱਜ਼ਤੀ ਕਰਾ ਕੇ ਆਉਣਾ ਪਿਆ। ਜਿਹੜੀ ਇੱਥੇ ਇਹ ਸਾਖੀ ਵੀ ਇਹਦੇ ਨਾਲ ਆਉਂਦੀ ਹੈ, ਗੁਰੂ ਸਾਹਿਬ ਜੀ ਇੱਥੇ ਵੀ ਜਿਹੜੀ ਵਿਚਾਰ ਦੇ ਰਹੇ ਨੇ ਜੀ, ਮਲ ਜੂਈ ਭਰਿਆ ਨੀਲਾ ਕਾਲਾ ਖਿਲੋਦੜਾ, ਤਿੰਨ ਬੇਮੁਖ ਬੇਮੁਖੈ ਨੋ ਪਾਇਆ। ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਮਲ ਦਾ ਅਰਥ ਹੁੰਦਾ ਜੀ ਮੈਲ, ਜੂਆਂ ਦਾ ਅਰਥ ਹੁੰਦਾ ਜੂਆਂ ਦੇ ਨਾਲ। ਮਲ ਜੂਈ ਭਰਿਆ, ਜੂਆਂ ਦੇ ਨਾਲ ਭਰਿਆ ਹੋਇਆ। ਨੀਲਾ ਤੇ ਕਾਲਾ ਆਪਣੇ ਸ਼ਬਦਾਂ ਵਿੱਚ ਆਪਾਂ ਜੁੱਲੀ ਕਹਿ ਦਿੰਦੇ ਹਾਂ, ਜੁੱਲ ਕਹਿ ਦਿੰਦੇ ਹਾਂ। ਠੰਡ ਦੇ ਵਕਤ ਪਾਇਆ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੀਲਾ ਤੇ ਕਾਲਾ ਉਸਨੇ ਆਪਣੇ ਉੱਤੇ ਓੜ ਲਿਆ, ਲੈ ਲਿਆ। ਮਲ ਜੂਈ ਭਰਿਆ ਨੀਲਾ ਕਾਲਾ ਖਿਲੋਦੜਾ, ਤਿੰਨ ਬੇਮੁਖੈ, ਤਿੰਨ ਬੇਮੁਖ ਬੇਮੁਖੈ ਨਾ ਪਾਇਆ। ਪਾਤਸ਼ਾਹ ਜੀ ਕਹਿੰਦੇ ਬੇਮੁਖ ਬੇਮੁਖ ਨੂੰ ਪਾ ਦਿੱਤਾ। ਇਹੋ ਜਿਹੇ ਗੰਦੇ ਵਿਅਕਤੀ ਨੂੰ, ਜਿਹੜਾ ਤਨ ਦੀ ਸਫਾਈ ਨਹੀਂ ਕਰਦਾ, ਤਨ ਨੂੰ ਸਾਂਭਦਾ ਨਹੀਂ, ਅੱਗੇ ਮਹਾਰਾਜ ਕਹਿੰਦੇ ਪਾਸ ਨਾ ਕੋਈ ਬਹਿਣ, ਪਾਸ ਨਾ ਕੋਈ ਦੇਈ, ਕੋਈ ਉਸ ਮਨੁੱਖ ਨੂੰ ਆਪਣੇ ਕੋਲ ਨਹੀਂ ਬਿਠਾ ਸਕਦਾ।
ਗੁਰੂ ਰਾਮਦਾਸ ਮਹਾਰਾਜ ਨੇ ਇੱਥੇ ਬਾਹਰੀ ਗੰਦਗੀ ਦੀ ਗੱਲ ਕੀਤੀ ਹੈ। ਜਿੱਥੇ ਆਪਾਂ ਰੋਜ਼ਾਨਾ ਮਨ ਦੀ ਸਫਾਈ ਦੀ ਗੱਲ ਕਰਦੇ ਹਾਂ, ਉੱਥੇ ਮਹਾਰਾਜ ਨੇ ਤਨ ਨੂੰ ਵੀ ਸਾਫ਼ ਰੱਖਣ ਵਾਸਤੇ ਕਿਹਾ ਨਾ। ਤਨ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਅਕਬਰ ਦੇ ਦਰਬਾਰ ਅੰਦਰ ਇੱਕ ਵਿਅਕਤੀ ਨੇ ਸ਼ਿਕਾਇਤ ਕਰਨ ਵਾਸਤੇ ਸਭ ਕੁਝ ਕੀਤਾ ਸੀ, ਪਰ ਅਕਬਰ ਦੇ ਦਰਬਾਰ ਅੰਦਰ ਇੱਕ ਨਾ ਚੱਲੀ, ਕਿਉਂਕਿ ਅਕਬਰ ਦਾ ਜਿਹੜਾ ਝੁਕਾਅ ਸੀ ਗੁਰੂ ਪ੍ਰਤੀ ਵਧੀਆ ਸੀ। ਇੱਥੇ ਪਾਤਸ਼ਾਹ ਜੀ ਕਹਿ ਰਹੇ ਨੇ, ਪਾਸਨਾ ਦੇਈ ਕੋਈ ਬਹਿਣ ਜਗਤ ਮੈਂ ਸੰਸਾਰ ਵਿੱਚ, ਗੂਹ ਪੜ ਸਗਵੀ ਮਲ ਲਾਏ ਮਨ ਮੁਖਿਆਇਆ। ਸਤਿਗੁਰ ਮਹਾਰਾਜ ਕਹਿੰਦੇ ਗੰਦਗੀ ਲਾ ਕੇ ਸੰਸਾਰ ਵਿੱਚ ਉਹਨੂੰ ਕੋਈ ਜਦੋਂ ਸਰੀਰ ਇਸ ਤਰ੍ਹਾਂ ਦਾ ਕਰ ਲਿਆ, ਵਿਕਾਰ ਕਰ ਲਿਆ, ਮਾੜਾ ਬਣਾ ਲਿਆ, ਉਹਨੂੰ ਕੋਈ ਕੋਲ ਬਹਿਣ ਨਹੀਂ ਦਿੰਦਾ। ਪਾਤਸ਼ਾਹ ਜੀ ਕਹਿ ਰਹੇ ਨੇ ਲੋਕ ਵੀ ਇਹੋ ਜਿਹੇ ਬੰਦੇ ਤੋਂ ਨਫ਼ਰਤ ਕਰਦੇ ਨੇ, ਪਾਸਾ ਵੱਟ ਲੈਂਦੇ। ਇੱਕ ਤਾਂ ਹੁੰਦਾ ਜੀ ਆਪਾਂ ਵੇਖਦੇ ਹਾਂ ਸੰਸਾਰ ਅੰਦਰ, ਇੱਕ ਤਾਂ ਹੁੰਦਾ ਜਾਣ ਬੁੱਝ ਕੇ ਕਰਨਾ, ਇੱਕ ਹੁੰਦੇ ਆ ਵੀ ਚਲੋ ਮਜਬੂਰ ਆ ਬੰਦਾ, ਇਹ ਕਰਨ ਦੇ ਸਮਰੱਥ ਨਹੀਂ ਕੁਝ। ਇਸ ਹਾਲਤ ਵਿੱਚ ਕਈ ਵਾਰ ਬਜ਼ੁਰਗਾਂ ਦੀ ਹਾਲਤ ਬਹੁਤ ਮਾੜੀ ਹੁੰਦੀ ਹੈ। ਅਸੀਂ ਆਪਣੇ ਮਾਪਿਆਂ ਨੂੰ ਸਾਂਭਦੇ ਹਾਂ, ਬਜ਼ੁਰਗਾਂ ਨੂੰ ਸਾਂਭਦੇ ਹਾਂ। ਇੱਕ ਬੰਦਾ ਜਾਣ ਕੇ ਸਭ ਕੁਝ ਕਰੇ, ਹੱਥ ਪੈਰ ਚੱਲਦੇ ਨੇ, ਸਰੀਰ ਦੀ ਸਫਾਈ ਫਿਰ ਵੀ ਰੱਖਦਾ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਵਚਨ ਅੰਦਰ, ਪਰਾਈ ਜੋ ਨਿੰਦਾ ਚੁਗਲੀ ਨੋ ਬੇਮੁਖ ਕਰਕੇ ਭੇਜਿਆ, ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਸਤਿਗੁਰ ਮਹਾਰਾਜ ਜਿੱਥੇ ਇਹਦੇ ਨਾਲ ਇੱਕ ਸਾਖੀ ਵੀ ਜੁੜੀ ਹੋਈ ਹੈ, ਉੱਥੇ ਮਹਾਰਾਜ ਸਾਨੂੰ ਸੂਝ ਦੇ ਰਹੇ ਨੇ, ਸਮਝ ਦੇ ਰਹੇ ਨੇ, ਜੋ ਮਨੁੱਖ ਪਰਾਈ ਨਿੰਦਿਆ ਤੇ ਚੁਗਲੀ ਕਰਦਾ। ਪਾਤਸ਼ਾਹ ਜੀ ਕਹਿ ਰਹੇ ਨੇ ਜੋ ਮਨੁੱਖ ਪਰਾਈ ਨਿੰਦਿਆ ਕਰਨ ਵਾਸਤੇ, ਚੁਗਲੀ ਕਰਨ ਵਾਸਤੇ ਭੇਜਿਆ ਗਿਆ ਸੀ, ਹੁਣ ਉਸ ਮਨੁੱਖ ਨੇ ਦੋਹਾਂ ਦਾ ਮੂੰਹ ਕਾਲਾ ਕਰਾ ਦਿੱਤਾ। ਉੱਥੇ ਸੰਸਾਰ ਦੇ ਅੰਦਰ ਵੀ, ਉਸ ਰੱਬ ਦੀ ਹਜ਼ੂਰੀ ਅੰਦਰ ਵੀ, ਸੰਸਾਰ ਵਿੱਚ ਸਭਨੀ ਪਾਸੇ ਜਦੋਂ ਤੁਰਿਆ ਰਿਹਾ, ਉਸ ਬੇਮੁਖ ਦਾ ਮੂੰਹ ਸੰਸਾਰ ਅੰਦਰ ਕਾਲਾ ਹੋ ਗਿਆ। ਪਰਾਈ ਜੋ ਨਿੰਦਾ ਚੁਗਲੀ ਨਾ ਬੇਮੁਖ ਕਰਕੇ ਭੇਜਿਆ, ਬੇਮੁਖ ਹੋ ਗਿਆ, ਗੁਰੂ ਤੋਂ ਮੁਖ ਮੋੜਿਆ ਗਿਆ, ਹਰ ਵੇਲੇ ਪਰਾਈ ਨਿੰਦਿਆ ਚੁਗਲੀ ਵਿੱਚ ਲੱਗਿਆ ਰਹਿੰਦਾ। ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ। ਤੜ ਸੁਣਿਆ ਸਬਦ ਜਗਤ ਵਿੱਚ ਭਾਈ, ਬੇਮੁਖ ਸਣੈ ਨਫਰੈ ਪੌਲੀ ਪੌਂਦੀ, ਫਾਵਾ ਹੋਏ ਕਿ ਉੱਠ ਘਰ ਆਇਆ। ਸਤਿਗੁਰ ਮਹਾਰਾਜ ਨੇ ਥੋੜ੍ਹੇ ਸ਼ਬਦ, ਥੋੜ੍ਹਾ ਪੜ੍ਹਨ ਵਿੱਚ ਅਖਿਆਈ ਆਵੇਗੀ, ਸਮਝਣ ਵਿੱਚ ਵੀ ਤੁਹਾਨੂੰ ਅਖਿਆਈ ਆਵੇ, ਕਿਉਂਕਿ ਗੁਰੂ ਸਾਹਿਬ ਨੇ ਇਹਦੇ ਨਾਲ ਸਾਖੀ ਵੀ ਜੁੜੀ ਆ ਰਹੀ ਹੈ। ਇੱਕ ਮਹਾਰਾਜ ਸਾਨੂੰ ਵੀ ਸੂਝ ਦੇ ਰਹੇ ਨੇ, ਸਮਝ ਦੇ ਰਹੇ ਨੇ ਇਹਨਾਂ ਪੰਕਤੀਆਂ ਦੇ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਉਸ ਰੱਬ ਦੀ ਦਰਗਾਹ ਅੰਦਰ ਵੀ ਜਿਹੜਾ ਨਾਲ ਉਹਦੇ ਗਿਆ, ਉਹਦਾ ਵੀ ਮੂੰਹ ਕਾਲਾ ਹੋ ਗਿਆ ਅਤੇ ਆਪਣਾ ਮੂੰਹ ਵੀ ਕਾਲਾ ਕਰਾ ਲਿਆ। ਸੰਸਾਰ ਵਿੱਚ ਸਭਨੀ ਪਾਸੇ ਤੁਰਤ ਸੁਣਿਆ ਗਿਆ ਕਿ ਹੇ ਭਾਈ, ਬੇਮੁਖ ਨੂੰ ਨੌਕਰ ਸਮੇਤ, ਜਿਹੜਾ ਨਾਲ ਕਿਸੇ ਨੂੰ ਲੈ ਕੇ ਗਿਆ ਸੀ, ਨੌਕਰ ਸਮੇਤ ਜੁੱਤੀਆਂ ਪਈਆਂ ਅਤੇ ਚੰਗਾ ਹੌਲਾ ਹੋ ਕੇ ਘਰ ਆ ਗਿਆ। ਜਦੋਂ ਸੁਣੀ ਨਾ ਗਈ, ਉੱਥੇ ਉਹਦੀ ਆਪਣੇ ਨਾਲ ਜਿਹਨੂੰ ਲੈ ਕੇ ਗਿਆ ਸੀ ਉਹਦੇ ਵੀ ਜੁੱਤੀਆਂ ਪਵਾ ਦਿੱਤੀਆਂ, ਆਪਣੇ ਵੀ ਜੁੱਤੀਆਂ ਪੈ ਗਈਆਂ। ਅਕਬਰ ਦੇ ਦਰਬਾਰ ਵਿੱਚ ਗਿਆ ਸੀ। ਪਾਤਸ਼ਾਹ ਜੀ ਅੱਗੇ ਆਪਾਂ ਨੂੰ ਸਮਝਾ ਰਹੇ ਨੇ, ਅੱਗੇ ਸੰਗਤੀ ਕੁੜਮੀ ਬੇਮੁਖ ਰੁਲਣਾ ਨਾ ਮਿਲੇ। ਪਾਤਸ਼ਾਹ ਜੀ ਕਹਿ ਰਹੇ ਨੇ ਅੱਗੋਂ ਸੰਗਤਾਂ ਨੇ, ਕੁੜਮ ਭਾਵ ਸਕੇ ਸੰਬੰਧੀਆਂ ਨੇ, ਬੇਮੁਖ ਨੂੰ ਬਹਿਣਾ ਨਾ ਮਿਲੇ। ਹੁਣ ਨਾ ਉਹ ਆਪਣੇ ਪਰਿਵਾਰ ਵਿੱਚ ਬਹਿ ਸਕਦਾ। ਇਹ ਸ਼ਿਕਾਇਤ ਕਰਨ ਗਿਆ ਸੀ ਜੀ ਇਹ ਵਿਅਕਤੀ ਗੁਰੂ ਅਮਰਦਾਸ ਮਹਾਰਾਜ ਦੀ। ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਬਾਰੇ ਅਕਬਰ ਦੇ ਦਰਬਾਰ ਅੰਦਰ ਜਦੋਂ ਅਕਬਰ ਨੂੰ ਪਤਾ ਲੱਗਿਆ, ਸਮਝ ਆਈ, ਇਹਦੀ ਉੱਥੇ ਬੇਇੱਜ਼ਤੀ ਹੋਈ ਹੈ। ਗੁਰੂ ਦੀ ਕਹਿਣ ਦਾ ਭਾਵ ਇਹ ਹੈ ਇੱਥੇ ਸਲੋਕ ਅੰਦਰ, ਗੁਰੂ ਦੀ ਨਿੰਦਿਆ ਕਰਨ ਵਾਲੇ ਦਾ ਜਿਹੜਾ ਹਸ਼ਰ ਮਾੜਾ ਹੁੰਦਾ, ਉਹਦੀ ਹਾਲਤ ਮਾੜੀ ਹੁੰਦੀ ਹੈ। ਪਾਤਸ਼ਾਹ ਜੀ ਕਹਿੰਦੇ ਨਾ ਉਹ ਸਕੇ ਸੰਬੰਧੀਆਂ 'ਚ ਬਹਿ ਸਕਦਾ, ਬੇਮੁਖ ਹੋ ਗਿਆ।
ਪਾਤਸ਼ਾਹ ਜੀ ਕਹਿ ਰਹੇ ਨੇ, ਅੱਗੇ ਸੰਗਤੀ ਕੁੜਮੀ ਬੇਮੁਖ, ਰਲਣਾ ਨਾ ਮਿਲੇ, ਰਲ ਨਹੀਂ ਸਕਦਾ। ਤਾਂ ਬਹੁਤੀ ਭਤੀਜੀ ਫਿਰ ਘਰ ਆਣ ਪਾਇਆ। ਫਿਰ ਉਸ ਦੀ ਬਹੁਤੀ ਨੇ, ਪਤਨੀ ਨੇ, ਭਤੀਜਿਆਂ ਨੇ ਲਿਆ ਕੇ ਘਰ ਵਿੱਚ ਉਹਨੂੰ ਟਿਕਾ ਦਿੱਤਾ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਹਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੁੱਕੇ ਤਿਹਾਇਆ। ਹਲਤ ਅਤੇ ਪਲਤ, ਲੋਕ ਅਤੇ ਪਰਲੋਕ ਅਜਾਈ ਗਵਾ ਲਏ। ਉਹ ਭੁੱਖਾ ਕੂਕਦਾ ਗਿਆ, ਇੱਥੋਂ ਮਰ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ ਨਿਚੋੜ ਇਸ ਸ਼ਲੋਕ ਦਾ ਜੀ, ਧੰਨ ਧੰਨ ਸੁਆਮੀ ਕਰਤਾ ਪੁਰਖ ਹੈ। ਜਿਹੜਾ ਮਾਲਕ ਹੈ ਨਾ, ਉਹ ਸੁਆਮੀ ਹੈ। ਉਹ ਮਾਲਕ ਸੁਆਮੀ ਕਰਤਾ ਪੁਰਖ ਆ, ਜੋ ਸਭ ਕੁਝ ਬਣਾਉਣ ਵਾਲਾ ਹੈ। ਜਿਨ ਨਿਆਓ ਸੱਚ ਆਪ ਕਰਾਇਆ। ਜਿਹੜਾ ਨਿਆਂ ਕਰਦਾ ਸੱਚਾ ਮਾਲਕ ਵਾਹਿਗੁਰੂ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸੱਚ ਹੈ ਮਾਰ ਪਚਾਇਆ। ਜੋ ਮਨੁੱਖ ਪੂਰੇ ਗੁਰੂ ਦੀ ਨਿੰਦਿਆ ਕਰਦਾ ਨਾ, ਉਹਨੂੰ ਗੁਰੂ ਸਜ਼ਾ ਵੀ ਦਿੰਦਾ ਹੈ। ਇਹ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਪਾਇਆ। ਮਹਾਰਾਜ ਕਹਿੰਦੇ ਨੇ ਅਖੀਰ ਦੇ ਵਿੱਚ, ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਨਿਆਂ ਦਾ ਅੱਖਰ, ਨਿਆਂ ਦਾ ਵਚਨ ਪ੍ਰਭੂ ਨੇ ਆਪ ਆਖਿਆ ਹੈ ਕਿ ਸਾਰਾ ਸੰਸਾਰ ਉਹਦਾ ਪੈਦਾ ਕੀਤਾ ਹੋਇਆ। ਜੋ ਮਨੁੱਖ ਉਹਦੇ ਨਿਯਮ ਤੋਂ ਆਕੀ ਹੁੰਦਾ, ਜੋ ਉਸ ਮਨੁੱਖ ਉਹਦੀ ਨਿੰਦਿਆ ਕਰਦਾ, ਉਹਨੂੰ ਸਜ਼ਾ ਵੀ ਮਿਲਦੀ ਹੈ ਜੀ। ਹੁਣ ਇਸ ਸ਼ਲੋਕ ਦੇ ਅੰਦਰ ਥੋੜ੍ਹਾ ਸ਼ਬਦ ਔਖੇ ਲੱਗਦੇ ਨੇ ਪੜ੍ਹਨ ਲਈ। ਗੁਰੂ ਰਾਮਦਾਸ ਮਹਾਰਾਜ ਨੇ ਉਸ ਵਿਅਕਤੀ ਦਾ ਇਸ ਸ਼ਲੋਕ ਅੰਦਰ ਜ਼ਿਕਰ ਕੀਤਾ, ਜੋ ਵਿਅਕਤੀ ਗੁਰੂ ਦੀ ਨਿੰਦਿਆ ਕਰਨ ਵਾਸਤੇ ਗਿਆ ਸੀ, ਗੁਰੂ ਪ੍ਰਤੀ ਜ਼ਹਿਰ ਘੋਲਦਾ ਸੀ। ਪਰ ਜਦੋਂ ਅਸਲੀਅਤ ਸਾਹਮਣੇ ਆਉਂਦੀ ਹੈ, ਸੱਚ ਸਾਹਮਣੇ ਆਉਂਦਾ, ਉਸ ਵਿਅਕਤੀ ਨੂੰ ਆਪਣੇ ਜਿਹੜੇ ਆਪਣੇ ਸੀ ਨਾ, ਉਹਦੇ ਭਤੀਜੇ, ਸਕੇ ਸੰਬੰਧੀਆਂ ਨੇ, ਸਾਕ ਜਿਹੜੇ ਸੰਬੰਧੀ ਸੀ, ਉਹਨਾਂ ਨੇ ਮੂੰਹ ਨਹੀਂ ਲਾਇਆ। ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਇੱਥੇ ਆਪਾਂ ਨੂੰ ਇਹ ਗੱਲ ਸਮਝਾ ਰਹੇ ਨੇ, ਦੱਸ ਰਹੇ ਨੇ ਵੀ ਪੂਰੇ ਗੁਰੂ ਦੀ ਨਿੰਦਿਆ ਕਰਨ ਵਾਲੇ ਦੀ ਹਾਲਤ ਇਹੋ ਜਿਹੀ ਹੁੰਦੀ ਆ, ਉਹਦੇ ਕੋਲ ਕੋਈ ਵਹਿੰਦਾ ਨਹੀਂ ਹੁੰਦਾ। ਅੱਗੇ ਮਹਾਰਾਜ ਕਹਿ ਰਹੇ ਨੇ ਜੀ ਅਗਲੇ ਸ਼ਲੋਕ ਅੰਦਰ, ਸ਼ਲੋਕ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਪਾਤਸ਼ਾਹ ਜੀ ਕਹਿੰਦੇ, ਜਿਸ ਦਾ ਨੌਕਰ, ਜਿਸ ਨੌਕਰ ਦਾ ਮਾਲਕ ਆ ਨਾ, ਜਿਹੜਾ ਉਹ ਕੰਗਾਲ ਹੋਵੇ, ਉਸ ਨੌਕਰ ਨੇ ਕਿੱਥੋਂ ਰੱਜ ਜਾਣਾ। ਜਿਹਦਾ ਮਾਲਕ ਹੀ ਕੰਗਾਲ ਹੋ ਗਿਆ, ਨੌਕਰ ਕਿਵੇਂ ਰੱਜੇਗਾ। ਇੱਥੇ ਮਹਾਰਾਜ ਕਹਿੰਦੇ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ। ਇੱਥੇ ਸਤਿਗੁਰੂ ਮਹਾਰਾਜ ਪਤਾ ਕਿਹੜੀ ਗੱਲ ਕਰ ਰਹੇ ਨੇ। ਜਦੋਂ ਅਸੀਂ ਧਾਰਮਿਕ ਅਦਾਰੇ ਅੰਦਰ ਵੇਖਦੇ ਹਾਂ, ਗੁਰੂ ਸਾਹਿਬ ਨੇ ਬੜੀ ਕੋਮਲ ਤੇ ਬੜੀ ਕਮਾਲ ਦੀ ਵਿਚਾਰ ਰੱਖੀ ਹੈ। ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਗੁਰੂ ਦੇ ਘਰ ਵਿੱਚ ਕਿਸੇ ਵੀ ਦਾਤ ਦਾ ਘਾਟਾ ਨਹੀਂ, ਤੋਟਾ ਨਹੀਂ ਹੈ। ਹਰ ਇੱਕ ਦਾਤ ਇੱਥੋਂ ਮਿਲਦੀ ਹੈ। ਪਰ ਮਹਾਰਾਜ ਕਹਿੰਦੇ, ਜਿਹੜੇ ਲੋਕ ਜਿਨ੍ਹਾਂ ਕੋਲ ਕੁਝ ਹੈ ਨਹੀਂ, ਉਹਨਾਂ ਕੋਲ ਜਾਂਦੇ ਨੇ। ਜਿਹੜੇ ਲੋਕ ਸਰੀਰਾਂ ਨੂੰ ਗੁਰੂ ਬਣਾ ਕੇ ਬਹਿ ਗਏ, ਸਾਹਿਬ ਬਣਾ ਕੇ ਬਹਿ ਗਏ, ਉਹਨਾਂ ਦਾ ਜਿਹੜਾ, ਉਹਨਾਂ ਦੀ ਪੂਜਾ ਮਾਨਤਾ ਕਰਨ ਵਾਲਾ ਕਿਵੇਂ ਰੱਜੇਗਾ। ਉਹ ਤਾਂ ਆਪ ਹੀ ਨੰਗ ਭੁੱਖਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੈ ਘਰ ਵੱਤ ਹੋਵੇ, ਸੋ ਨਫਰ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਪਾਤਸ਼ਾਹ ਜੀ ਕਹਿੰਦੇ, ਨੌਕਰ ਉਹੋ ਹੀ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿੱਚ ਹੈ। ਜੇ ਘਰ ਵਿੱਚ ਹੀ ਨਾ ਹੋਵੇ ਤਾਂ ਉਹ ਕਿੱਥੋਂ ਮਿਲੇਗੀ ਉਹਨੂੰ। ਜੋ ਨੌਕਰ, ਜੋ ਮਾਲਕ ਦੇ ਕੋਲ, ਉਹ ਨੌਕਰ ਨੂੰ ਮਿਲ ਗਿਆ। ਪਾਤਸ਼ਾਹ ਜੀ ਸ਼ਲੋਕ ਦੇ ਅੰਦਰ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਇੱਥੇ ਪਾਤਸ਼ਾਹ ਜੀ ਦੁਬਾਰਾ ਫਿਰ ਮੈਂ ਪੜ੍ਹਦਾ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਅੱਗੇ ਮਹਾਰਾਜ ਕਹਿੰਦੇ, ਜੇ ਸਾਹਿਬ ਕੈ ਘਰ ਵੱਤ ਹੋਵੇ, ਸੋ ਨਫਰ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਜਿਹੜੀ ਮਾਲਕ ਦੇ ਕੋਲ ਚੀਜ਼ ਆ ਨਾ, ਉਹੀ ਨੌਕਰ ਨੂੰ ਮਿਲੇਗੀ, ਉਹੀ ਉਹਨੂੰ ਮਿਲੇਗੀ ਖਾਣ ਨੂੰ। ਪਾਤਸ਼ਾਹ ਜੀ ਅੱਗੇ ਕਹਿ ਰਹੇ ਨੇ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਹੈ। ਸਾ ਸੇਵਾ ਔਖੀ ਹੋਈ, ਜਿਸ ਦੀ ਸੇਵਾ ਕੀਤੀਆਂ ਫਿਰ ਲੇਖਾ ਮੰਗਿਆ ਜਾਣਾ ਹੋਵੇ,
ਉਹ ਸੇਵਾ ਮੁਸ਼ਕਲ ਹੈ, ਭਾਵ ਉਹਦੇ ਕਰਨ ਦਾ ਕੀ ਲਾਭ ਹੈ। ਜਿਹਦੀ ਸੇਵਾ ਕੀਤਿਆਂ ਤੂੰ ਮੰਗਦਾ ਵੀ ਮੈਨੂੰ ਆਹ ਵੀ ਦੇ ਦੇ, ਆਹ ਵੀ ਦੇ ਦੇ, ਉਹ ਸੇਵਾ ਦਾ ਕੀ ਲਾਭ ਹੋ ਗਿਆ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਨਾ ਮੰਗੇ ਕੋਏ। ਮਹਾਰਾਜ ਨੇ ਇੱਥੇ ਹੀ ਗੱਲ ਕਹਿ ਰਹੇ ਨੇ ਸਤਿਗੁਰੂ ਜੀ, ਜੇ ਸੇਵਾ ਕਰਨੀ ਹੈ, ਜੇ ਮਾਲਕ ਨਾਲ ਜੁੜਨਾ, ਇੱਕ ਅਕਾਲ ਪੁਰਖ ਨਾਲ, ਵਾਹਿਗੁਰੂ ਨਾਲ ਜੁੜ ਜਾ, ਹੋਰ ਕਿਤੇ ਨਾ ਜੁੜ। ਸਰੀਰ ਡੋਬ ਦੇਣਗੇ, ਸਰੀਰ ਮਾਰ ਦੇਣਗੇ। ਕਬੀਰ ਸਾਹਿਬ ਜੀ ਦਾ ਬਚਨ ਪੜ੍ਹ ਲਓ, ਕਬੀਰ ਮਾਏ ਮੁੰਡੋ ਤੈ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਵੇਦ ਵਿੱਚ ਚੇਲੇ ਦੀਏ ਬਹਾਏ। ਕਾਚੇ ਗੁਰ ਤੇ ਮੁਕਤ ਨਾ ਹੋਆ। ਬਹੁਤ ਬਚਨ ਆਉਂਦੇ ਨੇ ਜੀ ਬਾਣੀ ਅੰਦਰ। ਸਤਿਗੁਰ ਮਹਾਰਾਜ ਇੱਥੇ ਇਹੀ ਆਪਾਂ ਨੂੰ ਸ਼ਲੋਕ ਅੰਦਰ ਕਹਿ ਰਹੇ ਨੇ, ਸਮਝਾ ਰਹੇ ਨੇ। ਸੇਵਾ ਕਰਨੀ ਹੈ, ਜੁੜਨਾ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾ। ਹੋਰ ਦੁਨੀਆ ਦੇ ਉੱਤੇ ਆਪਾਂ ਸੰਸਾਰ ਅੰਦਰ ਝਾਤ ਮਾਰਦੇ ਹਾਂ ਜੀ, ਕਿੰਨਾ ਅਡੰਬਰ ਹੈ, ਕਿੰਨਾ ਪਖੰਡ ਹੈ। ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ, ਗੁਰੂ ਦਾ ਸੁਨੇਹਾ ਸਾਨੂੰ ਹਮੇਸ਼ਾ ਪਖੰਡ ਤੋਂ ਆਜ਼ਾਦ ਕਰਦਾ ਹੈ, ਵਹਿਮ ਤੋਂ ਆਜ਼ਾਦ ਕਰਦਾ ਹੈ। ਵੀ ਵਹਿਮਾਂ ਦੇ ਵਿੱਚੋਂ ਨਿਕਲ ਕੇ, ਭਰਮਾਂ ਦੇ ਵਿੱਚੋਂ ਨਿਕਲ ਕੇ ਇੱਕ ਸੋਹਣੀ ਜ਼ਿੰਦਗੀ ਜੀ। ਇੱਥੇ ਆਪਾਂ ਪਹਿਲਾ ਸ਼ਲੋਕ ਵੀ ਵਿਚਾਰਿਆ, ਦੂਸਰਾ ਸ਼ਲੋਕ ਵੀ ਵਿਚਾਰਿਆ। ਸ਼ਬਦ ਥੋੜ੍ਹੇ ਲੰਬੇਰੇ ਨੇ, ਕਈ ਵਾਰ ਉੱਪਰ ਦੀ ਵੀ ਲੰਘ ਜਾਂਦੇ ਨੇ ਬਾਣੀ ਦੇ ਵਚਨ, ਪਰ ਕਹਿਣ ਦਾ ਭਾਵ ਇੱਥੇ ਇਹੀ ਹੈ ਵੀ ਭਾਈ ਆਪਣੇ ਇੱਕ ਸਾਹਿਬ ਦੇ ਕੋਲ ਮੰਗਿਆ ਕਰ। ਆਪਾਂ ਬਾਣੀ ਦਾ ਵਚਨ ਪੜ੍ਹਦੇ ਹਾਂ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਆਪਾਂ ਬਾਣੀ ਦੇ ਵਚਨ ਹੋਰ ਵੀ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ, ਬੜੇ ਵਚਨ ਨੇ ਜੀ। ਕਹਿਣ ਦਾ ਭਾਵ ਇੱਥੇ ਹੀ ਇਹੀ ਹੈ ਭਾਈ, ਅਧੂਰੇ ਗੁਰੂ ਦਾ ਪੱਲਾ ਫੜ ਕੇ ਤਰਿਆ ਨਹੀਂ ਜਾਂਦਾ। ਜੇ ਸੰਸਾਰ ਤੋਂ ਤਰਨਾ ਤਾਂ ਪੂਰੇ ਗੁਰੂ ਦਾ ਪੱਲਾ ਫੜਿਆ ਕਰ, ਪੂਰੇ ਗੁਰੂ ਦੀ ਚਾਕਰੀ ਕਰ, ਪੂਰੇ ਗੁਰੂ ਦਾ ਨੌਕਰ ਬਣ ਕੇ ਰਹਿ। ਆਪਾਂ ਬਚਨ ਪੜ੍ਹਦੇ ਹਾਂ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਕਰਕੇ ਗੋਲੇ। ਅੱਗੇ ਪੌੜੀ ਦੇ ਅੰਦਰ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ, ਗੌੜੀ ਕੀ ਵਾਰ ਜਿਹੜੀ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ। ਪਾਤਸ਼ਾਹ ਜੀ ਪੌੜੀ ਦੇ ਅੰਦਰ ਸਮਝਾ ਰਹੇ ਨੇ, ਨਾਨਕ ਵਿਚਾਰੈ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਬਚਨ ਹੋਵੰਦੇ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਨਾਨਕ, ਸੰਤ ਆਪਣੀ ਵਿਚਾਰ ਦੱਸਦੇ ਹਨ, ਗੁਰਮੁਖ ਪਿਆਰੇ, ਤੇ ਚਾਰ ਵੇਦ ਭਾਵ ਪੁਰਾਤਨ ਧਾਰਮਿਕ ਪੁਸਤਕ ਵੀ ਇਹ ਗੱਲ ਆਖਦੇ ਹਨ ਕਿ ਭਗਤ ਜਨ ਬਚਨ ਤੋਂ, ਜਿਹੜੇ ਭਗਤ ਜਨ ਬਚਨ ਮੂੰਹੋਂ ਬੋਲਦੇ ਹਨ ਉਹ ਸਹੀ ਹੁੰਦੇ ਨੇ। ਭਗਤਾਂ ਦਾ ਆਖਿਆ, ਭਗਤਾਂ ਦਾ ਕਿਹਾ ਬਚਨ ਸਹੀ ਹੁੰਦਾ, ਸਾਰੇ ਜਗਤ ਵਿੱਚੋਂ ਉੱਗੇ ਹੋ ਜਾਂਦੇ ਹਨ, ਉਹਨਾਂ ਦੀ ਸ਼ੋਭਾ ਸਾਰੇ ਸੰਸਾਰ ਵਿੱਚ ਖਿਲਰ ਜਾਂਦੀ ਹੈ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਨਾਨਕ ਵਿਚਾਰੈ ਸੰਤ ਜਨ, ਚਾਰ ਵੇਦ ਕਹੰਦੇ, ਧਾਰਮਿਕ ਗ੍ਰੰਥ, ਧਾਰਮਿਕ ਪੁਸਤਕਾਂ ਵੀ ਇਹ ਗੱਲ ਕਹਿੰਦੀਆਂ ਨੇ। ਭਗਤ ਮੁਖੈ ਤੇ ਬੋਲਦੇ, ਸੇ ਬਚਨ ਹੋਵੰਦੇ, ਜਿਹੜੇ ਬਚਨ ਭਗਤ ਪਿਆਰੇ ਮੁਖ ਤੋਂ ਬੋਲਦੇ ਨੇ, ਬਚਨ ਸਹੀ ਬੋਲਦੇ ਨੇ। ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਦੇ, ਉਹਨਾਂ ਦਾ ਪ੍ਰਤਾਪ, ਉਹਨਾਂ ਦਾ ਨਾਮਣਾ ਸੰਸਾਰ ਅੰਦਰ ਕਾਇਮ ਹੋ ਜਾਂਦਾ ਹੈ। ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਵੰਦੇ। ਮੁਗਧ ਨਰ ਮੂਰਖ ਮੁਗਧ ਲੋਕ ਨੇ ਜਿਹੜੇ, ਮਹਾਰਾਜ ਕਹਿੰਦੇ ਜਿਹੜੇ ਸੰਤਾਂ ਦੇ ਨਾਲ, ਗੁਰਮੁਖ ਪਿਆਰਿਆਂ ਦੇ ਨਾਲ ਅੜਦੇ ਨੇ ਨਾ, ਮੂਰਖ ਬੰਦੇ, ਉਹ ਕਦੇ ਸੁੱਖ ਨਹੀਂ ਪਾਉਂਦੇ। ਓਏ ਲੋਚਨ ਉਹਨਾਂ ਗੁਣੈ ਨ ਓਏ, ਹੰਕਾਰ ਸੜੰਦੇ। ਸੰਤ ਪਿਆਰੇ, ਰੱਬ ਦੇ ਪਿਆਰੇ ਗੁਣਾਂ ਨੂੰ ਲੋਚਦੇ ਨੇ, ਪਰ ਮਨਮੁਖ ਬੰਦਾ, ਮਨ ਦਾ ਮੁਰੀਦ ਬੰਦਾ, ਉਹ ਹੰਕਾਰ ਵਿੱਚ ਛੜਿਆ ਰਹਿੰਦਾ ਹੈ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਸਤਿਗੁਰੂ ਮਹਾਰਾਜ ਕਹਿੰਦੇ ਵਿਚਾਰੇ ਕੀ ਕਰਨ, ਮੁੱਢ ਤੋਂ ਸ਼ੁਰੂ ਤੋਂ ਉਹਨਾਂ ਨੇ ਭਾਗ ਮੰਦੇ ਬਣਾ ਲਏ ਨੇ, ਮਾੜੇ ਬਣਾ ਲਏ ਨੇ। ਅੱਗੇ ਮਹਾਰਾਜ ਕਹਿ ਰਹੇ ਨੇ, ਜੋ ਮਾਰੇ ਤਿਨ ਪਾਰ ਬ੍ਰਹਮ, ਸੇ ਕਿਸੇ ਨਾ ਸੰਦੇ। ਜਿਹੜੇ ਪਾਰ ਬ੍ਰਹਮ ਨਹੀਂ ਮਾਰ ਦਿੱਤੇ ਉਹ ਕੀ ਕਰਨ ਹੁਣ। ਬੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਕਿਉਂਕਿ ਉਹ ਬੰਦੇ ਨਿਰਵੈਰ ਵਾਹਿਗੁਰੂ ਨਾਲ ਵੈਰ ਬੰਨ੍ਹ ਲੈਂਦੇ ਨੇ। ਜੋ ਜੋ ਸੰਤ ਸਰਾਪਿਆ, ਸੇ ਫਿਰੇ ਭਵੰਦੇ। ਪੇੜ ਮੰਡਾਹੋਂ ਕੱਟਿਆ ਤੇ ਡਾਲ ਸੁਕੰਦੇ। ਸਤਿਗੁਰ ਮਹਾਰਾਜ ਅਖੀਰ ਦੇ ਵਿੱਚ ਪੌੜੀ ਦਾ ਜਿਹੜਾ ਤੱਤਸਾਰ ਗੱਲ ਕਰ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪੌੜੀ ਦੇ ਅੰਦਰ, ਜੋ ਜੋ ਮਨੁੱਖ ਸੰਤ ਭਾਵ ਗੁਰੂ ਵੱਲੋਂ ਫਿਟਕਾਰੇ ਹੋਏ ਹਨ, ਭਾਵ ਗੁਰੂ ਦੇ ਦਰ ਤੋਂ ਵਾਂਝੇ ਰਹਿ ਜਾਂਦੇ ਹਨ,
ਉਹ ਭਟਕਦੇ ਰਹਿੰਦੇ ਨੇ। ਜਿਹੜੇ ਗੁਰੂ ਵੱਲ, ਗੁਰੂ ਤੋਂ ਮੁੱਖ ਮੋੜ ਲੈਂਦੇ ਨੇ, ਭਟਕਦੇ ਰਹਿੰਦੇ ਨੇ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਜੇ ਰੁੱਖ ਮੁੱਢੋਂ ਪੁੱਟਿਆ ਜਾਏ, ਉਸ ਦੇ ਜਿਹੜੇ ਟਾਹਣੀਆਂ ਨੇ ਉਹ ਸੁੱਕ ਜਾਂਦੀਆਂ ਨੇ। ਇਹਦਾ ਭਾਵ ਅਰਥ ਇਹੀ ਹੈ ਜੀ, ਜੇ ਅਸੀਂ ਮੁੱਢ ਨਾਲੋਂ, ਮੂਲ ਨਾਲ ਟੁੱਟ ਗਏ ਨਾ, ਸਾਡੀ ਜ਼ਿੰਦਗੀ ਵੀ ਸੁੱਕ ਜਾਵੇਗੀ। ਸਾਡਾ ਮੂਲ ਕੀ ਹੈ? ਸਾਡਾ ਮੂਲ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਮੂਲ ਗੁਰਬਾਣੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ, ਅੱਜ ਆਪਾਂ ਇੰਨੀ ਵਿਚਾਰ ਕਰਾਂਗੇ 2 ਸ਼ਲੋਕ ਤੇ 1 ਪੌੜੀ ਦੀ। ਪਾਤਸ਼ਾਹ ਜੀ ਨੇ ਜਿਹੜੀ ਇੱਥੇ ਗੱਲ ਕੀਤੀ ਹੈ ਪੌੜੀ ਦੇ ਅੰਦਰ, ਆਪਣੇ ਮੂਲ ਦੀ ਪਛਾਣ ਕਰ। ਸਾਡਾ ਮੂਲ ਕੀ ਹੈ? ਗੁਰਬਾਣੀ। ਗੁਰਬਾਣੀ ਨਾਲ ਜੁੜ ਕੇ, ਸਤਿਗੁਰੂ ਦੀ ਸਿੱਖਿਆ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ। ਗੁਰੂ ਕਿਰਪਾ ਕਰੇ ਜੀ। ਰਹਿੰਦੀ ਵਿਚਾਰ ਆਪਾਂ ਅਗਲੇਰੇ ਦੀਵਾਨਾਂ ਵਿੱਚ ਕਰਾਂਗੇ, ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਲੜੀਵਾਰ ਆਪਾਂ 306-7 ਅੰਕ ਤੇ ਪਹੁੰਚ ਗਏ ਹਾਂ ਜੀ। ਗੁਰੂ ਸਾਹਿਬ ਨੇ ਇਸ ਪਾਵਨ ਪਵਿੱਤਰ ਬਚਨਾਂ ਅੰਦਰ ਇਹ ਗੱਲ ਦੱਸੀ ਹੈ, ਮੂਲ ਨਾਲ ਜੁੜ ਕੇ ਆਪਣੇ ਆਪੇ ਦੀ ਪਛਾਣ ਕਰੀਏ। ਗੁਰੂ ਕਿਰਪਾ ਕਰਨ ਇੰਨੀ ਬੇਨਤੀ ਕਰਿਓ ਪ੍ਰਵਾਨ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।